हेलो स्टूडेंट्स। तो आज आप पढ़ांगे बच्चों 8वीं जमात का 13वां लैसन एजुकेशन अंडर ब्रिटिश रूल, अंग्रेजी राज ਅਤੇ सिक्ख्या। तो उस टाइम ਦੇ ਵਿੱਚ ਕੀ ਹੁੰਦਾ ਸੀ, ਪੁਰਾਣੇ ਸਮੇਂ ਦੇ ਵਿੱਚ ਅੰਗਰੇਜ਼ਾਂ ਦੇ ਆਉਣ ਦੇ ਟਾਈਮ ਦੇ ਵਿੱਚ ਜਦੋਂ ਅੰਗਰੇਜ਼ ਭਾਰਤ ਵਿੱਚ ਆਏ ਤਾਂ ਸਿੱਖਿਆ ਜਿਹੜੀ ਹੈ ਉਹ ਮਦਰਸਿਆਂ ਵਿੱਚ, ਮਕਤਬ, ਪਾਠਸ਼ਾਲਾ ਵਿੱਚ ਦਿੱਤੀ ਜਾਂਦੀ ਸੀ। ਤਾਂ ਅੰਗਰੇਜ਼ ਜਦੋਂ ਭਾਰਤ ਵਿੱਚ ਆਏ ਤਾਂ ਉਹਨਾਂ ਨੇ ਇਹ ਮਹਿਸੂਸ ਕੀਤਾ ਅਗਰ ਅਸੀਂ ਭਾਰਤੀਆਂ ਦੇ ਵਿੱਚ ਅੰਗਰੇਜ਼ੀ ਸਿੱਖਿਆ ਦਾ ਵਿਕਾਸ ਕਰ ਦਈਏ ਤਾਂ ਇਹਨਾਂ ਨੂੰ ਇੱਕ ਤਾਂ ਈਸਾਈ ਬਣਾਉਣਾ ਜਿਹੜਾ ਉਹ ਬੜਾ ਆਸਾਨ ਹੋ ਜਾਏਗਾ, ਔਰ ਦੂਸਰਾ ਇਹ ਜਿਹੜੇ ਨੇ ਰੰਗ ਅਤੇ ਰੂਪ ਤੋਂ ਤਾਂ ਭਾਰਤੀ ਲੱਗਣਗੇ ਪਰ ਜਿਹੜਾ ਇਹਨਾਂ ਦਾ ਟੇਸਟ ਹੈ, ਸਵਾਦ ਹੈ, ਉਹ ਕਿਸ ਵਰਗਾ ਹੋ ਜਾਏਗਾ, ਅੰਗਰੇਜ਼ਾਂ ਵਰਗਾ ਹੋ ਜਾਏ। ਤਾਂ ਇਸ ਤਰ੍ਹਾਂ ਦੇ ਉਹਨਾਂ ਨੂੰ ਲੋੜ ਸੀ ਲੋਕਾਂ ਦੀ, ਤਾਂ ਉਹਨਾਂ ਨੇ ਜਿਹੜਾ ਅੰਗਰੇਜ਼ੀ ਸਿੱਖਿਆ ਨੂੰ ਪ੍ਰਫੁੱਲਿਤ ਕਰਨ ਵਾਸਤੇ ਦੇਖੋ ਕੀ ਕੁਛ ਕੀਤਾ। ਤਾਂ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਅਗਰ ਗੱਲ ਕਰੀਏ ਤਾਂ ਵਾਰਨ ਹੈਸਟਿੰਗਜ਼, ਇਹ ਭਾਰਤ ਦਾ ਗਵਰਨਰ ਜਨਰਲ ਜਦੋਂ ਬਣ ਕੇ ਆਇਆ ਤਾਂ ਇਸ ਨੇ 1781 ਦੇ ਵਿੱਚ ਕੈਲਕੱਟਾ ਮਦਰਸਾ ਦੀ ਸਥਾਪਨਾ ਕੀਤੀ। ਕਿਸ ਵਾਸਤੇ? ਮੁਸਲਿਮ ਲॉज। ਤਾਂ 1781 ਦੇ ਵਿੱਚ ਵਾਰਨ ਹੈਸਟਿੰਗਜ਼ ਉਸ ਟਾਈਮ ਕੀ ਸੀ, ਬੰਗਾਲ ਦਾ ਗਵਰਨਰ ਜਨਰਲ ਸੀ। ਤਾਂ ਇਸ ਨੇ 1781 ਵਿੱਚ ਕਲਕੱਤਾ ਮਦਰਸਾ ਦੀ ਸਥਾਪਨਾ ਕੀਤੀ ਔਰ ਕਿਸ ਵਾਸਤੇ? ਮੁਸਲਿਮ ਲॉज ਦੀ ਟੀਚਿੰਗ ਦੇ ਲਈ 1781 ਦੇ ਵਿੱਚ। ਉਸ ਤੋਂ ਬਾਅਦ ਗੱਲ ਕਰੀਏ ਕਾਰਨਵਾਲਿਸ, ਜਦੋਂ ਗਵਰਨਰ ਜਨਰਲ ਬਣਿਆ ਤਾਂ ਉਸ ਦੇ ਟਾਈਮ ਦੇ ਵਿੱਚ ਜੋਨਾਥਨ ਡੰਕਨ, ਤਾਂ ਇਸ ਨੇ 1791 ਦੇ ਵਿੱਚ ਬਨਾਰਸ ਦੇ ਵਿੱਚ ਸੰਸਕ੍ਰਿਤ ਕਾਲਜ ਦੀ ਜਿਹੜੀ ਹੈ ਉਹ ਸਥਾਪਨਾ ਕੀਤੀ। ਸੰਸਕ੍ਰਿਤ ਕਾਲਜ ਇਨ ਬਨਾਰਸ, ਹਿੰਦੂ ਫਿਲੋਸਫੀ ਐਂਡ ਲਾਜ਼, ਫॉर द स्टडी ऑफ हिंदू फिलोसफी एंड लॉज। ਤਾਂ ਹਿੰਦੂਆਂ ਦੀ ਫਿਲੋਸਫੀ ਨੂੰ ਸਟੱਡੀ ਕਰਨ ਵਾਸਤੇ ਇਸ ਨੇ ਬਨਾਰਸ ਦੇ ਵਿੱਚ ਸੰਸਕ੍ਰਿਤ ਕਾਲਜ ਦੀ ਸਥਾਪਨਾ ਕੀਤੀ। ਜੋਨਾਥਨ ਡੰਕਨ ਨੇ 1791 ਦੇ ਵਿੱਚ। ਇਸ ਤੋਂ ਪਹਿਲਾਂ ਵਾਰਨ ਹੈਸਟਿੰਗਜ਼ ਜਿਹੜਾ ਕਿ ਆਪ ਬੰਗਾਲ ਦਾ ਗਵਰਨਰ ਜਨਰਲ ਸੀ ਤਾਂ ਉਸ ਨੇ ਕਲਕੱਤਾ ਦੇ ਵਿੱਚ ਕਲਕੱਤਾ ਮਦਰਸਾ ਦੀ ਸਥਾਪਨਾ ਕੀਤੀ ਸੀ ਫॉर द स्टडी ऑफ मुस्लिम लॉज। ਤਾਂ ਜੋਨਾਥਨ ਡੰਕਨ ਔਰ ਉਸ ਟਾਈਮ ਗਵਰਨਰ ਜਨਰਲ ਕੌਣ ਸੀ? ਕਾਰਨਵਾਲਿਸ, ਇਹ ਭਾਰਤ ਦਾ ਗਵਰਨਰ ਜਨਰਲ ਸੀ। ਤਾਂ 1791 ਵਿੱਚ ਜੋਨਾਥਨ ਡੰਕਨ ਨੇ ਜਿਹੜਾ ਬਨਾਰਸ ਦੇ ਵਿੱਚ ਸੰਸਕ੍ਰਿਤ ਕਾਲਜ ਦੀ ਸਥਾਪਨਾ ਕੀਤੀ ਹਿੰਦੂਜ਼ ਫਿਲੋਸਫੀ ਔਰ ਲॉज ਨੂੰ ਸਮਝਣ ਵਾਸਤੇ। ਫਿਰ ਇਸ ਤੋਂ ਬਾਅਦ ਲਾਰਡ ਵੈਲਜ਼ਲੀ, ਜਦੋਂ ਇਹ ਭਾਰਤ ਦਾ ਗਵਰਨਰ ਜਨਰਲ ਬਣ ਕੇ ਆਇਆ ਤਾਂ ਇਸ ਨੇ 1800 ਦੇ ਵਿੱਚ ਫੋਰਟ ਵਿਲੀਅਮ ਕਾਲਜ ਦੀ ਜਿਹੜੀ ਉਹ ਸਥਾਪਨਾ ਕੀਤੀ। ਫੋਰਟ ਵਿਲੀਅਮ ਕਾਲਜ ਫॉर ਕਿਸ ਪਰਪਸ ਲਈ? ਟ੍ਰੇਨਿੰਗ ਦੇਣ ਵਾਸਤੇ। ਕਿਹਨਾਂ ਨੂੰ? ਸਿਵਲ ਸਰਵਿਸਿਜ਼ ਵਾਲਿਆਂ ਨੂੰ, ਸਿਵਲ ਸਰਵੈਂਟਸ ਜਿਹੜੇ ਸੀ, ਸਿਵਲ ਸਰਵੈਂਟਸ। ਤਾਂ ਇਹਨਾਂ ਨੂੰ ਟ੍ਰੇਨਿੰਗ ਦੇਣ ਵਾਸਤੇ ਕਲਕੱਤਾ ਦੇ ਵਿੱਚ ਫੋਰਟ ਵਿਲੀਅਮ ਕਾਲਜ ਦੀ ਜਿਹੜੀ ਹੈ ਇਸ ਨੇ ਸਥਾਪਨਾ ਕੀਤੀ ਕਲਕੱਤਾ ਵਿੱਚ। ਲਾਰਡ ਵੈਲਜ਼ਲੀ 1800 ਈਸਵੀ ਦੇ ਵਿੱਚ ਸਿਵਲ ਸਰਵੈਂਟਸ ਨੂੰ ਟ੍ਰੇਨਿੰਗ ਦੇਣ ਵਾਸਤੇ। ਤਾਂ ਇਹ ਕੁਝ ਛੋਟੀਆਂ ਛੋਟੀਆਂ ਸ਼ੁਰੂਆਤ ਸੀ ਜਿਹੜੀਆਂ ਕਿ ਇੰਡੀਵਿਜੂਅਲੀ ਰੂਪ ਦੇ ਵਿੱਚ ਕੀਤੀਆਂ ਗਈਆਂ। ਤਾਂ ਇੱਕ ਕਿਸੇ ਵਿਅਕਤੀ ਦੁਆਰਾ ਵਾਰਨ ਹੈਸਟਿੰਗਜ਼ ਨੇ ਇੱਥੇ ਐਫਰਟ ਕੀਤੀ, ਇੱਥੇ ਜੋਨਾਥਨ ਡੰਕਨ ਨੇ ਐਫਰਟ ਕੀਤੀ, ਇੱਥੇ ਲਾਰਡ ਵੈਲਜ਼ਲੀ ਨੇ ਐਫਰਟ ਕੀਤੀ। ਤਾਂ ਹੁਣ ਜਿਹੜੀ ਹੈ ਐਫਰਟਸ ਅੱਗੇ ਜਾ ਕੇ ਕਿੱਥੇ ਹੋਈ? ਪਹਿਲੀ ਵਾਰੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਜਿਹੜੀ ਉਹ ਐਫਰਟ ਕੀਤੀ ਪਹਿਲੀ ਵਾਰ। ਤਾਂ ਉਹ ਕਦੋਂ ਹੋਈ? 1813। ਤਾਂ 1813 ਦੇ ਚਾਰਟਰ ਐਕਟ ਦੇ ਵਿੱਚ। ਚਾਰਟਰ ਐਕਟ ਦੇ ਵਿੱਚ ਕੀ ਹੋਇਆ? ਫਸਟ ਟਾਈਮ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਨੇ ਜਿਹੜਾ ਪਹਿਲੀ ਵਾਰੀ ਐਜੂਕੇਸ਼ਨ ਦੀ ਜਿਹੜੀ ਉਹ ਜ਼ਿੰਮੇਵਾਰੀ ਲਈ ਔਰ ਇਹਨਾਂ ਨੇ 1 ਲੱਖ ਰੁਪਇਆ ਹਰ ਸਾਲ
1 ਲੱਖ रुपया हर साल एजुकेशन के उपर जोड़ा वो खर्च किया जाएगा। ये प्रोविज़न रखी पहली बारी ब्रिटिश ईस्ट इंडिया कंपनी ने 1813 के चार्टर एक्ट विच। ब्रिटिश ईस्ट इंडिया कंपनी पहली बारी इन्होंने भारत दे विच एजुकेशन के लिए जिहड़ा वो अपनी जिम्मेवारी निर्धारित की और पहली बारी रखी इन्होंने 1 लाख रुपए की ग्रांट भी हर साल खर्च की जाएगी, पर यह खर्च नहीं हो सकी। उस दे पिछे की कारण सी, 1823 दे विच इन्होंने एक कमेटी बिठाई जिस दे 2 ग्रुप सी, एक तो ओरिएंटलिस्ट और दूसरा एंगलसिस्ट। ये 2 ग्रुप बन गए। तो ओरिएंटलिस्ट की कहते सी भी जिहड़ी एजुकेशन है वो मदर टंग दे विच होए, मातृ भाषा च होए, और जो इंडिया दे विच ट्रैडिशनल स्टडीज़ चल रही ने उही दित्तियां जान। वर्नाकुलर मतलब कि जो भी लोकल लैंग्वेजेस ने उस दे विच एजुकेशन जिहड़ी है वो दित्ती जाए। दूसरे पासे एंग्लिसिस्ट की कहंदे सी, ये कहंदे सी इंग्लिश नूं जिहड़ा मीडियम बनाया जाए। वैसटर्न एजुकेशन, वैसटर्न साइंस और मॉडर्न स्टडी जिहड़ी है वो करवाई जाए। हाँ जी, तो ये 2 ग्रुप बन गए। 1823 दे विच ब्रिटिश ईस्ट इंडिया कंपनी ने एक कमेटी बिठाई 1823 विच। तो इस कमेटी ने दे विच 2 ग्रुप सी, और एंगलसिस्ट और ओरिएंटलिस्ट। ओरिएंटलिस्ट जिहड़े ने वो किस दी फेवर कर रहे सी, लोकल लैंग्वेजेस दी, मदर टंग दी, वर्नाकुलर लैंग्वेजेस जो इंडिया में चल रही हैं, जो इंडिया का ट्रैडिशन है, जो चल रहा है इंडिया में, तो उस ही भाषा दे विच भारत दे विच स्टडीज़ करवाइयां जान। लेकिन एंगलसिस्ट की कहते सी इंग्लिश नूं जिहड़ा माध्यम बनाया जाए और वैसटर्न कल्चर लैके आया जाए, वैसटर्न साइंस की स्टडी करवाई जाए और मॉडर्न स्टडी जिहड़ी है उस दे नाल जोड़िया जाए, जिसका समर्थन बाद विच राजा राम मोहन राय ने भी किया। तो हुण एंगलसिस्ट की गल नूं जिहड़ा वो मान लिया गया, इन्हां दी गल नूं मान लिया गया। तो हुण भारत दे विच भारत दे पहले गवर्नर जनरल बन के आए लॉर्ड विलियम बेंटिंग। लॉर्ड विलियम बेंटिंग, तो जिन्हों ने लॉर्ड मैकाले, जिसने 2 फरवरी 1835 नूं रिपोर्ट पेश की और इंग्लिश नूं जिहड़ा वो मीडियम मन्निया, यानी कि इसने एंगलसिस्ट की गल नूं जिहड़ा वो मान लिया। और उस टाइम भारत के गवर्नर जनरल सी विलियम बेंटिंग। तो ये भारत के पहले गवर्नर जनरल सी विलियम बेंटिंग 1828 तो 1835 तक। तो इन्हां दे टाइम लॉर्ड मैकाले, जिसने कि मैकाले मिनट कहा जाता है, इसकी जो रिपोर्ट है उसनूं कहना मैकालेस मिनट। तो इसने कहा भी इंग्लिश जी है वो माध्यम होनी चाहिए, इंग्लिश मीडियम होना चाहिए। 2 फरवरी 1835 नूं इसने अपनी रिपोर्ट दी। एंगलसिस्ट की गल नूं मान लिया, वैसटर्न एजुकेशन होएगी, इंग्लिश मीडियम दे विच होएगी और मॉडर्न स्टडीज़ कराई जाएगियां इंडियन नूं। और मैकाले मिनट्स इसकी थ्योरी नूं कहा जाता है। और इसने जिहड़ा थ्योरी की दी, हुण जिहड़ी है इंग्लिश मीडियम है, इंग्लिश लैंगुएज की जी स्टडी है वो सारे वर्गस नूं नहीं कराई जाएगी। हाँ जी, तो इत्थे की एक खास वर्ग होएगा हाई क्लास, जिसनों ब्रिटिशर्स जिहड़े ने वो ट्रेन करनगे। अगों ये वाले वर्ग जिहड़ा है वो बाकी जिहड़े मिडल क्लास ने, लो क्लास ने, या होर भी इंडिया दे विच जिहड़े भी लोग रह रहे हैं, ब्रिटिशर्स जिहड़े ने इन्हां नूं ट्रेन करनगे। तो ब्रिटिश गवर्नमेंट ने इन्हां नूं ट्रेन करता, ट्रेनर आए इन्हां नूं ट्रेन कर गए इंग्लिश मीडियम के लिए। तो हुण मिडल क्लास जिहड़े ने अगों और लो क्लासिस नूं ये वाला वर्ग जिहड़ा वो तैयार करेगा। इस थ्योरी का नाम रखा गया डाउनवर्ड फिल्ट्रेशन थ्योरी। हाँ जी, डाउनवर्ड फिल्ट्रेशन थ्योरी, यानी कि सारे वर्गों को जिहड़ा सिक्ख्या नहीं दी जाएगी। इंग्लिश ट्रेनर ने जिहड़े ब्रिटिश गवर्नमेंट के ट्रेनर ने वो सिर्फ एक वर्ग नूं, मान लो एक खास वर्ग है, हाई क्लास वर्ग है, उसनूं ट्रेन करनगे
ਉਹ ਬਾਕੀ ਵਰਗਾਂ ਨੂੰ ਤਿਆਰ ਕਰਨਗੇ ਭਾਰਤ ਵਿੱਚ। ਇਸ ਦਾ ਨਾਮ ਰੱਖਿਆ ਗਿਆ ਡਾਊਨਵਰਡ ਫਿਲਟਰੇਸ਼ਨ ਥਿਊਰੀ, ਜਿਹੜੀ ਕਿ ਮੈਕਾਲੇ ਨੇ ਦਿੱਤੀ। ਤਾਂ ਇਹ ਸੀ ਮੈਕਾਲੇ ਮਿਨਟ, ਯਾਨੀ ਕਿ ਭਾਰਤ ਦੇ ਵਿੱਚ ਅਜਿਹੇ ਇੰਡੀਅਨਸ ਤਿਆਰ ਕਰਨਾ ਜਿਹੜੇ ਕਿ ਕੀ ਹੋਣ, ਰੰਗ ਇੰਡੀਅਨਸ ਇਨ ਬਲੱਡ ਐਂਡ ਹਾਂਜੀ ਕਲਰਸ ਇਨ ਇੰਡੀਅਨਸ, ਬਟ ਟੇਸਟ ਜਿਹੜਾ ਉਹਨਾਂ ਦਾ ਕੀ ਹੋਵੇ, ਇੰਗਲਿਸ਼ ਹੋਵੇ, ਬਟ ਇਨ ਟੇਸਟ ਇਨ ਇੰਗਲਿਸ਼। ਤਾਂ ਇਹ ਚੀਜ਼ ਦਿੱਤੀ ਗਈ ਕਿਸ ਦੇ ਦੁਆਰਾ, ਮੈਕਾਲੇ ਦੇ ਦੁਆਰਾ। ਮੈਕਾਲੇਜ਼ ਮਿਨਟ 1835, ਲਾਰਡ ਵਿਲੀਅਮ ਬੈਂਟਿੰਗ ਉਸ ਟਾਈਮ ਭਾਰਤ ਦੇ ਗਵਰਨਰ ਜਨਰਲ ਸੀ। ਤਾਂ ਇਸ ਨੇ ਇੱਕ ਅਜਿਹਾ ਵਰਗ ਤਿਆਰ ਕਰਤਾ ਜਿਹੜਾ ਕੀ ਸੀ, ਇੰਡੀਅਨ ਤਾਂ ਹੈਗੇ ਸੀ ਇਨ ਕਲਰ ਐਂਡ ਬਲੱਡ, ਬਟ ਇੰਗਲਿਸ਼ ਇਨ ਟੇਸਟ। ਹਾਂਜੀ, ਤਾਂ ਇਸ ਨੇ ਇਹ ਵਾਲਾ ਵਰਗ ਤਿਆਰ ਕਰ ਦਿੱਤਾ ਵੀ ਇਸ ਤਰ੍ਹਾਂ ਦਾ ਇੱਕ ਵਰਗ ਤਿਆਰ ਹੋ ਜਾਏਗਾ, ਔਰ ਬਾਅਦ ਵਿੱਚ ਇਸ ਵਰਗ ਨੂੰ ਜਿਹੜਾ ਈਸਾਈ ਬਣਾਉਣਾ ਵੀ ਉਹ ਆਸਾਨ ਹੋ ਜਾਏਗਾ। ਤਾਂ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਗਲਾ, ਜੇਮਸ ਥਾਮਸਨ। ਤਾਂ ਇਸ ਤੋਂ ਬਾਅਦ ਅਗਰ ਅਗਲੀ ਐਫਰਟ ਦੀ ਗੱਲ ਕਰੀਏ ਤਾਂ ਉਹ ਸੀ ਜੇਮਸ ਥਾਮਸਨ ਦੀ ਐਫਰਟ। ਤਾਂ ਜੇਮਸ ਥਾਮਸਨ ਨੇ ਜਿਹੜੇ ਉਹ ਆਏ ਜਿਹੜੇ ਕਿ ਨੌਰਥ ਵੈਸਟ ਪ੍ਰੋਵਿੰਸ ਦੇ ਕੀ ਸੀ, ਲੈਫਟੀਨੈਂਟ ਗਵਰਨਰ ਸੀ 1843 ਤੋਂ 1853 ਤੱਕ, ਜੇਮਸ ਥਾਮਸਨ। ਤਾਂ ਇਸ ਨੇ ਜਿਹੜਾ ਵਿਲੇਜ ਐਜੂਕੇਸ਼ਨ ਦੇ ਉੱਪਰ ਆਪਣੀ ਜਿਹੜੀ ਹੈ ਐਫਰਟਸ ਕੀਤੀਆਂ, ਰਿਪੋਰਟਸ ਦਿੱਤੀਆਂ 1843 ਤੋਂ 1853 ਤੱਕ। ਔਰ ਉਸ ਟਾਈਮ ਭਾਰਤ ਦੇ ਗਵਰਨਰ ਜਨਰਲ ਕੌਣ ਸੀ, ਡਲਹੌਜ਼ੀ। ਤਾਂ ਲਾਰਡ ਡਲਹੌਜ਼ੀ ਭਾਰਤ ਦੇ ਗਵਰਨਰ ਜਨਰਲ ਸੀ 1848 ਤੋਂ 1856 ਤੱਕ। ਤਾਂ ਇਹ ਲੈਫਟੀਨੈਂਟ ਗਵਰਨਰ ਸੀ ਨੌਰਥ ਵੈਸਟ ਪ੍ਰੋਵਿੰਸ ਦੇ। ਤਾਂ ਇਹਨਾਂ ਨੇ ਵਿਲੇਜ ਐਜੂਕੇਸ਼ਨ ਦੇ ਉੱਪਰ ਇੱਕ ਤਾਂ ਐਫਰਟਸ ਕੀਤੀਆਂ ਔਰ ਕਿਹਾ ਵੀ ਭਾਰਤ ਦੇ ਵਿੱਚ ਵਿਲੇਜ ਐਜੂਕੇਸ਼ਨ ਦੇ ਉੱਪਰ ਫੋਕਸ ਕੀਤਾ ਜਾਣਾ ਚਾਹੀਦਾ ਹੈ। ਔਰ ਉਸ ਤੋਂ ਇਲਾਵਾ ਫਸਟ ਭਾਰਤ ਦਾ ਜਿਹੜਾ ਟੈਕਨੀਕਲ ਇੰਸਟੀਟਿਊਟ ਇਹਨਾਂ ਨੇ ਸਥਾਪਿਤ ਕੀਤਾ 1847 ਦੇ ਵਿੱਚ, ਜਿਸ ਨੂੰ ਹੁਣ ਨਾਮ ਦਿੱਤਾ ਗਿਆ IIT ਰੁੜਕੀ। IIT ਰੁੜਕੀ ਜਿਹੜਾ ਕਿ ਇੰਡੀਆ ਦਾ ਪਹਿਲਾ ਕੀ ਸੀ ਉਸ ਟਾਈਮ, ਟੈਕਨੀਕਲ ਇੰਸਟੀਟਿਊਸ਼ਨ ਸੀ ਉਸ ਟਾਈਮ, ਜਿਸ ਦਾ ਨਾਮ ਸੀ ਜੇਮਸ ਥਾਮਸਨ ਟੈਕਨੀਕਲ ਇੰਸਟੀਟਿਊਟ 1847। ਇਹ ਭਾਰਤ ਦਾ ਪਹਿਲਾ ਕੀ ਸੀ, ਟੈਕਨੀਕਲ ਇੰਸਟੀਟਿਊਸ਼ਨ ਸੀ, ਜਿਸ ਨੂੰ ਨਾਮ ਦਿੱਤਾ ਗਿਆ IIT ਰੁੜਕੀ। ਹਾਂਜੀ, ਤਾਂ ਹੁਣ ਇਸ ਦਾ ਨਾਮ ਹੈਗਾ IIT ਰੁੜਕੀ। ਤਾਂ ਇਸ ਤੋਂ ਬਾਅਦ ਡਲਹੌਜ਼ੀ ਦੇ ਟਾਈਮ ਦੇ ਵਿੱਚ ਹੀ ਕੀ ਆਇਆ ਗਿਆ, ਹਾਂਜੀ ਵੁੱਡ ਡਿਸਪੈਚ, ਜਿਸ ਨੇ ਕਿ ਭਾਰਤ ਦੇ ਵਿੱਚ ਸਿੱਖਿਆ ਦੇ ਲਈ ਪਹਿਲੀ ਵਾਰੀ ਬ੍ਰਿਟਿਸ਼ ਗਵਰਨਮੈਂਟ ਦੁਆਰਾ ਜਿਹੜੀ ਰਿਪੋਰਟ ਪੇਸ਼ ਕੀਤੀ ਗਈ, ਵੁੱਡ ਡਿਸਪੈਚ, ਵੁਡਸ ਡਿਸਪੈਚ, ਜਿਹੜਾ ਕਿ 1854 ਵਿੱਚ ਆਇਆ। ਔਰ ਇਹ ਡਲਹੌਜ਼ੀ ਦੇ ਟਾਈਮ ਆਇਆ ਸੀ, ਜਿਸ ਨੇ ਕਿ ਪਹਿਲੀ ਵਾਰੀ ਬ੍ਰਿਟਿਸ਼ ਗਵਰਨਮੈਂਟ ਨੇ ਬ੍ਰਿਟਿਸ਼ ਪਾਰਲੀਮੈਂਟ ਦੇ ਵਿੱਚ ਭਾਰਤੀ ਸਿੱਖਿਆ ਨਾਲ ਰਿਲੇਟਿਡ ਜਿਹੜਾ ਕਿਸ ਨੂੰ ਪਾਸ ਕੀਤਾ ਇਸ ਰਿਪੋਰਟ ਨੂੰ। ਔਰ ਉਸ ਤੋਂ ਬਾਅਦ ਆਇਆ 1882 ਦਾ ਫਸਟ ਇੰਡੀਅਨ ਐਜੂਕੇਸ਼ਨ ਕਮਿਸ਼ਨ, ਫਿਰ ਹਾਂਜੀ ਯੂਨੀਵਰਸਿਟੀ ਕਮਿਸ਼ਨ 1902, ਐਕਟ 1904 ਵਿੱਚ ਆਇਆ, ਫਿਰ ਆਇਆ ਸੈਂਟਰਲ ਕਮਿਸ਼ਨ 1917, ਫਿਰ ਹਰਟੋਗ ਕਮੇਟੀ 1929, 1937 ਬੇਸਿਕ ਐਜੂਕੇਸ਼ਨ ਕਮਿਸ਼ਨ ਔਰ ਸਾਰਜੈਂਟ ਰਿਪੋਰਟ ਲਾਸਟ ਤੇ 1944। ਤਾਂ ਵੁੱਡ ਡਿਸਪੈਚ ਬਾਰੇ ਔਰ 1882 ਜਿਹੜਾ ਇੰਡੀਆ ਦਾ ਪਹਿਲਾ ਭਾਰਤੀ ਸਿੱਖਿਆ ਕਮਿਸ਼ਨ ਕਿਹਾ ਜਾਂਦਾ ਜਿਸ ਨੂੰ, ਉਸ ਦੇ ਬਾਰੇ ਆਪਾਂ ਅਗਲੀ ਵੀਡੀਓ 'ਚ ਪੜਾਂਗੇ। ਤਾਂ ਇਸ ਦੇ ਵਿੱਚ ਆਪਾਂ ਅੱਜ ਪੜ੍ਹਿਆ ਸਭ ਤੋਂ ਪਹਿਲਾਂ ਐਫਰਟਸ ਹੋਈਆਂ ਕਿਸ ਦੇ ਦੁਆਰਾ, ਵਾਰਨ ਹੇਸਟਿੰਗਜ਼ ਦੁਆਰਾ ਜਿਹੜਾ ਕਿ ਬੰਗਾਲ ਦਾ ਗਵਰਨਰ ਜਨਰਲ ਸੀ ਉਸ ਟਾਈਮ, ਫਿਰ ਜੋਨਾਥਨ ਡੰਕਨ ਦੁਆਰਾ, ਫਿਰ ਲਾਰਡ ਵੈਲਜ਼ਲੀ ਦੁਆਰਾ, ਔਰ ਫਿਰ 1813 ਦੇ ਚਾਰਟਰ ਐਕਟ, ਔਰ ਫਿਰ 1835 ਲਾਰਡ ਮੈਕਾਲੇ, ਫਿਰ ਜੇਮਸ ਥਾਮਸਨ ਜਿਹੜਾ ਕਿ ਨਾਰਥ ਵੈਸਟ ਪ੍ਰੋਵਿੰਸ ਦਾ ਲੈਫਟੀਨੈਂਟ ਗਵਰਨਰ ਸੀ। ਤਾਂ ਉਸਨੇ ਐਫਰਟਸ ਕੀਤੀਆਂ ਆਪਦੇ ਲੈਵਲ ਤੇ, ਪਹਿਲਾ ਟੈਕਨੀਕਲ ਇੰਸਟੀਟਿਊਸ਼ਨ ਬਣਿਆ ਜਿਸ ਨੂੰ ਹੁਣ ਨਾਮ ਦਿੱਤਾ ਗਿਆ IIT ਰੁੜਕੀ। ਠੀਕ ਹੈ ਬੱਚੋ, ਤਾਂ ਮਿਲਦੇ ਹਾਂ ਆਪਾਂ ਅਗਲੀ ਵੀਡੀਓ ਵਿੱਚ ਇਸ ਦੇ ਅਗਲੇ ਭਾਗ ਦੇ ਨਾਲ। ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਔਰ ਬੜਾ ਇੰਪੋਰਟੈਂਟ ਟੌਪਿਕ ਹੈ ਤੁਹਾਡੇ ਲਈ, ਐਜੂਕੇਸ਼ਨ ਅੰਡਰ ਬ੍ਰਿਟਿਸ਼ ਰੂਲ। ਓਕੇ, ਥੈਂਕ ਯੂ।